ਪ੍ਰੋਗਰਾਮ ਰੂਬਰੂ ਵਿੱਚ ਤੁਹਾਡਾ ਸਵਾਗਤ ਹੈ। ਪਿਆਰੇ ਦਰਸ਼ਕੋ, ਪ੍ਰੋਗਰਾਮ ਰੂਬਰੂ ਰਾਹੀਂ ਅਸੀਂ ਹਮੇਸ਼ਾ ਇਸ ਕੋਸ਼ਿਸ਼ ਵਿੱਚ ਰਹਿੰਦੇ ਹਾਂ ਕਿ ਅਸੀਂ ਐਸੀਆਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਵਾਕਿਫ ਕਰਾਈਏ ਕਿ ਜਿਨ੍ਹਾਂ ਨੂੰ ਸੁਣ ਕੇ ਦੇਖ ਕੇ ਤੁਹਾਡੇ ਅੰਦਰ ਵੀ ਉਹ ਜਜ਼ਬਾ ਪੈਦਾ ਹੋਵੇ ਕਿ ਅਸੀਂ ਜ਼ਿੰਦਗੀ ਸਿਰਫ ਆਪਣੇ ਆਪ ਲਈ ਨਹੀਂ ਜਿਉਣੀ, ਸਿਰਫ ਘਰ ਪਰਿਵਾਰ ਲਈ ਨਹੀਂ, ਸਾਡੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਮਾਜ ਪ੍ਰਤੀ ਹੈ ਤਾਂ ਕਿ ਸਮਾਜ ਦਾ ਵੀ ਵਿਕਾਸ ਹੋਵੇ। ਤੇ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਅਸੀਂ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ, ਅਸੀਂ ਕਹਿ ਸਕਦੇ ਹਾਂ ਕਿ ਉਹ ਮਿੱਟੀ ਨਾਲ ਜੁੜੇ ਧਰਤੀ ਦਾ ਪੁੱਤਰ ਸ਼੍ਰੀ ਵਿਜੇ ਸਾਂਪਲਾ ਜੀ। ਸ਼੍ਰੀ ਵਿਜੇ ਸਾਂਪਲਾ ਜੀ ਹਾਲ ਹੀ ਦੇ ਵਿੱਚ ਚੇਅਰਮੈਨ ਨਿਯੁਕਤ ਹੋਏ ਨੇ ਨੈਸ਼ਨਲ ਕਮਿਸ਼ਨ ਫਾਰ SC ਸ਼ਡਿਊਲ ਕਾਸਟ। ਔਰ ਜੇਕਰ ਉਹਨਾਂ ਦੀ ਰਾਜਨੀਤਿਕ ਯਾਤਰਾ ਪਿੱਛੇ ਧਿਆਨ ਮਾਰੀਏ ਤੇ ਉਹ ਰਾਜਨੀਤਿਕ ਯਾਤਰਾ ਉਹਨਾਂ ਦੀ ਸ਼ੁਰੂ ਹੋਈ ਸੀਗੀ ਸੋਫੀ ਪਿੰਡ ਦੇ ਸਰਪੰਚ ਬਣਨ ਤੋਂ। 1997 ਦੇ ਵਿੱਚ ਉਹਨਾਂ ਨੇ BJP ਵਰਕਰ ਆਪਣਾ ਆਪ ਨੂੰ ਸੋਚ ਲਿਆ ਕਿ ਮੈਂ BJP ਭਾਰਤੀ ਜਨਤਾ ਪਾਰਟੀ ਦੇ ਨਾਲ ਕੰਮ ਕਰਨਾ ਤੇ ਬਤੌਰ ਕਾਮਾ ਵਰਕਰ ਬਣ ਕੇ ਕੰਮ ਕਰਨਾ ਤੇ ਉਸ ਤੋਂ ਬਾਅਦ ਮੁੜ ਕੇ ਨਹੀਂ ਦੇਖਿਆ। 2014 ਤੋਂ ਲੈ ਕੇ 19 ਤੱਕ ਉਹ ਮਿਨਿਸਟਰ ਫਾਰ ਸਟੇਟ ਫਾਰ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਰਹੇ। 2016 ਦੇ ਵਿੱਚ ਉਹ ਪੰਜਾਬ ਸਟੇਟ ਦੇ BJP ਦੇ ਪ੍ਰੈਜ਼ੀਡੈਂਟ ਰਹੇ ਔਰ ਸਪੋਕਸਪਰਸਨ ਵੀ ਰਹੇ। ਇਸ ਵੇਲੇ ਉਹ ਸਾਡੇ ਚੇਅਰਮੈਨ ਨੇ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲ ਕਾਸਟ। ਸਾਂਪਲਾ ਜੀ, ਤੁਹਾਡਾ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਔਰ ਦੂਰਦਰਸ਼ਨ ਦੇਖਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਂਪਲਾ ਜੀ, ਰਾਜਨੀਤਿਕ ਤੁਹਾਡਾ ਜਿਹੜੀ ਯਾਤਰਾ ਉਸ ਦੀ ਤੇ ਗੱਲ ਕਰਾਂਗੇ, ਪਰ ਇੱਕ ਵਾਰੀ ਪਹਿਲਾਂ ਪਿਛੋਕੜ ਦੀ ਗੱਲ ਕਰੀਏ, ਬਚਪਨ ਤੇ ਝਾਤ ਮਾਰੀਏ। ਦੇਖੋ ਸਿਮਰਨ ਜੀ, ਵੈਸੇ ਤਾਂ ਮੇਰੀ ਉਮਰ ਦੇ ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਹੀ ਗਰੀਬ ਸੀ, ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਗਰੀਬ ਪਰਿਵਾਰ ਚੋਂ ਆਏ ਹਾਂ ਜੀ। ਔਰ ਪਿਤਾ ਜੀ ਦਾ ਸਾਇਆ ਸਾਡੇ ਤੋਂ ਜਦੋਂ ਮੈਂ 10ਵੀਂ 'ਚ ਪੜ੍ਹਦਾ ਸੀ ਉੱਠ ਗਿਆ ਸੀ ਜੀ। ਔਰ ਗਰੀਬ ਪਰਿਵਾਰ ਚੋਂ ਸੀ, ਇਸ ਕਰਕੇ ਮੈਂ 11 ਸਾਲ ਸਾਊਦੀ ਅਰਬ ਦੇ ਵਿੱਚ ਵੀ ਕੱਟੇ ਨੇ। ਔਰ ਇੱਕ ਮਜ਼ਦੂਰ ਵਾਜੋਂ ਜਦੋਂ ਕਹੀਏ ਤਾਂ ਅਸੀਂ ਇੱਕ ਰਾਜ ਮਿਸਤਰੀ ਦੇ ਹੈਲਪਰ ਵਾਜੋਂ, ਇੱਕ ਤਰਖਾਣ ਕਾਰਪੈਂਟਰ ਦੇ ਹੈਲਪਰ ਵਾਜੋਂ, ਬਾਰ ਬੈਂਡਰ ਦਾ, ਪਲੰਬਰ, ਇਲੈਕਟ੍ਰੀਸ਼ੀਅਨ, ਸਾਰਿਆਂ ਦੇ ਹੈਲਪਰ ਵਾਜੋਂ ਵੀ ਕੰਮ ਕੀਤਾ। ਔਰ ਉਸ ਤੋਂ ਬਾਅਦ ਮੈਂ ਕੰਪਨੀ ਦੇ ਵਿੱਚ ਕੰਮ ਕਰਦੇ ਮੈਂ ਪਲੰਬਰ ਦਾ ਕੰਮ ਵੀ ਕੀਤਾ ਜੀ। ਔਰ ਉਸੇ ਕੰਪਨੀ 'ਚ ਕੰਮ ਕਰਦੇ ਮੈਂ ਇਲੈਕਟ੍ਰੀਸ਼ੀਅਨ ਵੀ ਬਣ ਗਿਆ ਔਰ ਉਸੇ ਕੰਪਨੀ ਦਾ ਮੈਂ ਫੋਰਮੈਨ ਵੀ ਬਣਿਆ ਔਰ ਉਸੇ ਹੀ ਕੰਪਨੀ ਦੇ ਵਿੱਚ ਮੈਂ ਬਾਅਦ ਦੇ ਵਿੱਚ ਉਸ ਕੰਪਨੀ ਦੇ ਮਾਲਕ ਨਾਲ ਆਪਣੀ ਪਾਰਟਨਰਸ਼ਿਪ ਤੇ ਵੀ ਬਿਜ਼ਨਸ ਸ਼ੁਰੂ ਕੀਤਾ ਜੀ। ਇਹ ਜਿੰਨਾ ਤੁਸੀਂ ਹੁਣ ਤੱਕ ਦੱਸਿਆ ਨਾ, ਉਸ ਤੋਂ ਹੀ ਪਤਾ ਲੱਗਦਾ ਕਿ ਤੁਸੀਂ ਜੋ ਮਿਹਨਤ ਕੀਤੀ ਹੈ, ਉਸ ਮਿਹਨਤ ਸਦਕਾ ਜਿੱਥੇ ਤੁਸੀਂ ਬਤੌਰ ਤੁਸੀਂ ਕਿਹਾ ਮੈਂ ਮਜ਼ਦੂਰ ਕੰਮ ਕੀਤਾ ਤੇ ਪਾਰਟਨਰਸ਼ਿਪ ਕਰ ਲਈ, ਉਸ ਵੇਲੇ ਕਦੀ ਆਇਆ ਸੀ, ਸੋਚ ਸੀ ਕਿ ਰਾਜਨੀਤੀ 'ਚ ਜਾਣਾ? ਨਹੀਂ, ਉਸ ਤੋਂ ਉਦੋਂ ਤੱਕ ਤਾਂ ਕਦੀ ਇਸ ਬਾਰੇ ਪੱਖ ਵੱਲ ਸੋਚਿਆ ਵੀ ਨਹੀਂ ਸੀ। ਤੇ ਉਸ ਤੋਂ ਬਾਅਦ ਤਾਂ ਮੈਂ 90 ਦੇ ਵਿੱਚ ਵਾਪਸ ਆਇਆ ਜੀ। ਔਰ ਕਦੀ ਇਹ ਵੀ ਨਹੀਂ ਸੀ ਸੋਚਿਆ ਕਿ ਮੈਂ ਰਾਜਨੀਤੀ 'ਚ ਜਾਵਾਂਗਾ, ਇਸ ਮੁਕਾਮ ਤੇ ਪਹੁੰਚਾਂਗਾ, ਤਾਂ ਬਹੁਤ ਦੂਰ ਦੀ ਗੱਲ ਸੀਗੀ। ਕਦੀ ਇਸ ਪਾਸੇ ਨੂੰ ਧਿਆਨ ਵੀ ਨਹੀਂ ਗਿਆ। ਪਰ ਮੈਂ 97 'ਚ ਜਿੱਦਾਂ ਤੁਸੀਂ ਦੱਸਿਆ ਕਿ ਮੈਂ BJP ਜੁਆਇਨ ਕੀਤੀ, 98 'ਚ ਮੈਂ ਮੰਡਲ ਸੈਕਟਰੀ ਸਰਪੰਚ ਬਣਨ ਤੋਂ ਬਾਅਦ ਮੰਡਲ ਦਾ ਜਨਰਲ ਸੈਕਟਰੀ ਵੀ ਬਣਿਆ, ਫਿਰ ਮੰਡਲ ਪ੍ਰਧਾਨ ਵੀ ਬਣਿਆ ਔਰ 2000 'ਚ ਮੈਂ ਪੰਜਾਬ ਦਾ SC ਵਿੰਗ ਦਾ ਜਿਹੜਾ SC ਮੋਰਚਾ ਆ ਜੀ BJP ਦਾ, ਉਹਦਾ ਪੰਜਾਬ ਦਾ ਪ੍ਰਧਾਨ ਬਣਿਆ ਜੀ। ਔਰ ਮੈਂ ਉਸ ਦਿਨ ਤੋਂ ਲੈ ਕੇ ਹਾਲੇ ਤੱਕ ਰਾਜਨੀਤੀ ਦੇ ਵਿੱਚ ਅੱਗੇ ਜਾਂਦਾ ਗਿਆ। ਪਰ ਜੇ ਮੈਂ ਕਹਾਂ ਕਿ ਇਹਦੇ ਵਿੱਚ ਮੇਰੇ ਜਾਣ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਉਹ ਮੇਰੇ ਪਰਿਵਾਰ ਦਾ ਹੈ ਜੀ। ਜਿੱਥੇ ਮੇਰਾ ਪਰਿਵਾਰ ਦੇ ਵਿੱਚ ਵਾਈਫ ਸੀ ਜਾਂ ਮਾਤਾ ਸੀ, ਪਰ ਜੇ ਉਹਦੇ 'ਚ ਸਭ ਤੋਂ ਵੱਡਾ ਰੋਲ ਮੈਂ ਕਹਾਂ ਤਾਂ ਮੇਰੇ ਵੱਡੇ ਭਰਾ ਦਾ ਹੈ। ਮੈਨੂੰ ਕਈਆਂ ਨੇ ਪੁੱਛਿਆ ਕਿ ਵੀ ਉਹ ਭਰਾਵਾਂ ਦੀ, ਕਿਉਂਕਿ ਅੱਜ ਤੱਕ ਕਦੀ ਉਹਨੇ ਮੈਨੂੰ ਤਾਂ ਕਦੀ ਕਸ਼ਟ ਨਹੀਂ ਆਉਣ ਦਿੱਤਾ, ਕਈ ਵਾਰੀ ਉਹਨਾਂ ਨੇ ਕਸ਼ਟ ਆਪ ਵੀ ਸਹੇ ਨੇ, ਜਿਹਦਾ ਅਹਿਸਾਸ ਬਾਅਦ 'ਚ ਵੀ ਹੁੰਦਾ ਹੈ। ਔਰ ਮੈਂ ਕਈ ਵਾਰ ਸੋਚਦਾ ਹਾਂ ਕਿ ਵੀ ਪਤਾ ਨਹੀਂ ਕਿਸੇ ਨੇ ਰੱਬ ਦੇਖਿਆ ਕਿ ਨਹੀਂ ਦੇਖਿਆ, ਪਰ ਜਦੋਂ ਅਸੀਂ ਆਪਣੇ ਭਰਾ ਵੱਲ ਦੇਖਦੇ ਹਾਂ ਤੇ ਮੈਂ ਕਹਿ ਸਕਦਾ ਗਰਵ ਨਾਲ ਕਿ ਮੈਂ ਰੱਬ ਦੇਖਿਆ। ਸੋ ਇਹ ਇੱਕ ਬਹੁਤ ਵੱਡੀ ਫੈਮਿਲੀ ਦੀ ਬੈਕਗਰਾਉਂਡ ਹੈ ਕਿ ਗਰੀਬ ਪਰਿਵਾਰ 'ਚੋਂ ਵੀ ਹੁੰਦੇ ਹੋਏ ਬਿਜ਼ਨਸ ਦੇ ਵੀ ਬਣਿਆ, ਪਰ ਐਡਾ ਵੱਡਾ ਨਹੀਂ ਬਣਿਆ। ਪਰ ਜੋ ਸਪੋਰਟ ਮੈਨੂੰ ਪਰਿਵਾਰ ਦੀ ਮਿਲੀ ਔਰ ਭਰਾ ਦੀ ਮਿਲੀ, ਬਾਕੀ ਪਤੀ ਪਤਨੀ ਬੱਚੇ ਜਿਹੜੇ ਆ, ਉਹ ਪਤਨੀ ਦੀ ਵੀ ਸੇਵਾ ਬੜੀ ਆ, ਮਾਤਾ ਦਾ ਬੜਾ ਆਸ਼ੀਰਵਾਦ ਰਿਹਾ, ਬੱਚਿਆਂ ਦਾ ਬੜਾ ਸਹਿਯੋਗ ਹੈ
ਔਰ ਸਾਡਾ ਦੋਨਾਂ ਜਣੀ ਹਾਲੇ ਤੱਕ ਵੀ ਸਾਡਾ ਜੁਆਇੰਟ ਫੈਮਿਲੀ ਹੈ ਔਰ ਪਿਆਰ ਜਿਹੜਾ ਬਣਿਆ ਔਰ ਉਹਦੇ ਹੀ ਕਰਕੇ ਹੀ ਮੈਂ ਜਿਹੜਾ ਅੱਗੇ ਵੱਧਦਾ ਜਾ ਰਿਹਾ। ਔਰ ਮੈਂ ਜੇ ਸਮਝਦਾ ਕਿ ਪਿਆਰ ਦਾ ਪਰਿਵਾਰ ਦਾ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਹੈ, ਜਿਹਨੇ ਕਦੀ ਮੈਨੂੰ ਰਾਜਨੀਤੀ ਵਿੱਚ ਪਿੱਛੇ ਮੁੜਨ ਨੂੰ, ਕਿਉਂਕਿ ਰਾਜਨੀਤੀ 'ਚ ਵੀ ਬੜੇ ਕਸ਼ਟ ਆਉਂਦੇ ਆ ਜੀ, ਪਰ ਰਾਜਨੀਤੀ ਦੇ ਵੀ ਕਸ਼ਟਾਂ ਨੂੰ ਸਹਿਣ ਦਾ ਵੀ ਅਗਰ ਬਲ ਬਖਸ਼ਿਆ ਤਾਂ ਸਾਡੇ ਪਰਿਵਾਰ ਨੇ ਉਹ ਪੂਰੀ ਤਰ੍ਹਾਂ ਸਾਡੇ ਨਾਲ ਖੜੇ ਕੀਤੇ ਹੋਏ ਔਰ ਅਸੀਂ ਅੱਜ ਜੇ ਮੁਕਾਮ ਤੇ ਆ ਤਾਂ ਉਹਦੇ 'ਚ ਪੂਰਾ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੈ। ਅੱਛਾ ਸਾਂਪਲਾ ਜੀ, ਜਿਵੇਂ ਤੁਸੀਂ ਦੱਸਿਆ ਕਿ ਪਰਿਵਾਰ ਦਾ ਹੀ ਯੋਗਦਾਨ ਹੈ, ਤੇ ਕਦੀ ਪਰਿਵਾਰ ਨੇ ਇਹ ਗਿਲਾ ਨਹੀਂ ਕੀਤਾ ਵੀ ਥੋੜਾ ਸਮਾਂ ਸਾਡੇ 'ਚ ਵੀ ਬਿਤਾਓ? ਦੇਖੋ ਇਹ ਤਾਂ ਗਿਲਾ ਜਿੱਥੇ ਤੱਕ ਤਾਂ ਪਰਿਵਾਰ ਦੇ ਵਿੱਚ ਹੁੰਦਾ ਹੈ ਜੀ, ਇੱਕ ਸੁਭਾਵਿਕ ਹੈ, ਪਰ ਜਦੋਂ ਉਹ ਇਹ ਵੀ ਹੈ ਕਿ ਪਰਿਵਾਰ ਦਾ ਸਹਿਯੋਗ ਦੀ ਗੱਲ ਕਰਦਾ ਤੇ ਉਹਨਾਂ ਨੇ ਇਸ ਮਾਮਲੇ 'ਚ ਵੀ ਸੈਕਰੀਫਾਈਸ ਕੀਤਾ, ਕੋਈ ਗੱਲ ਨਹੀਂ ਅਸੀਂ ਕਸ ਚੱਲ ਲਾਂਗੇ ਤੇ ਤੁਸੀਂ ਅੱਗੇ ਵਧੋ। ਔਰ ਜੇ ਮੈਂ ਬਿਜ਼ਨਸ ਕਰਦਾ ਸੀ ਤਾਂ ਪ੍ਰਧਾਨ ਨੇ ਵੀ ਮੈਨੂੰ ਕਿਹਾ ਕਿ ਤੁਸੀਂ ਇੱਧਰਲੇ ਪਾਸੇ ਧਿਆਨ ਛੱਡ ਦਿਓ ਜੀ। ਉਹਨਾਂ ਨੇ ਸਰਵਿਸ ਕਰਦੇ ਸੀ, ਆਪਣਾ ਬਿਜ਼ਨਸ ਦਾ ਕੰਮ ਆਪ ਸੰਭਾਲਿਆ ਔਰ ਮੈਨੂੰ ਕਿਹਾ ਕਿ ਖੁੱਲ੍ਹ ਕੇ ਰਾਜਨੀਤੀ ਜੇ ਕਰਨੀ ਹੈ ਤੇ ਕਰੋ। ਔਰ ਜੇ ਇਹ ਸਪੋਰਟ ਨਾ ਹੁੰਦੀ ਤੇ ਸ਼ਾਇਦ ਮੈਂ ਇਸ ਮੁਕਾਮ ਤੇ ਵੀ ਨਾ ਹੁੰਦਾ। ਸੋ ਇਸ ਕਰਕੇ ਉਹਨਾਂ ਦਾ ਬਹੁਤ ਵੱਡਾ ਰੋਲ ਵੀ ਰਿਹਾ। ਔਰ ਜਿੱਥੇ ਤੱਕ ਕਿ ਵੀ ਗਿਲੇ ਸ਼ਿਕਵੇ ਇਹ ਤਾਂ ਜ਼ਿੰਦਗੀ ਦੇ ਦਸਤੂਰ ਦੇ ਨਾਲ ਚੱਲਣੇ ਆ, ਪਰ ਇਹ ਵੀ ਹੈ ਕਿ ਗਿਲੇ ਸ਼ਿਕਵੇ ਉਹਨਾਂ ਦੇ ਲਈ ਐਡੇ ਵੱਡੇ ਨਹੀਂ ਰਹੇ ਜਿੰਨਾ ਕਿ ਸਾਨੂੰ ਉਹਨਾਂ ਨੇ ਤਰੱਕੀ ਦੇ ਰਾਹ 'ਤੇ ਦੇਖ ਕੇ ਉਹਨਾਂ ਨੂੰ ਖੁਸ਼ੀ ਹੋਈ ਹੈ। ਸਾਂਪਲਾ ਜੀ, ਜਿਵੇਂ ਜਦੋਂ ਅਸੀਂ ਤੁਹਾਡੇ ਬਾਰੇ ਪੜ੍ਹਦੇ ਹਾਂ, ਸੁਣਦੇ ਹਾਂ, ਤੇ ਜਿਹੜਾ ਤੁਹਾਡਾ ਰਾਜਨੀਤਿਕ ਸਫ਼ਰ ਹੈ, ਹੁਣੇ ਤੁਸੀਂ ਵੀ ਜ਼ਿਕਰ ਕੀਤਾ ਕਿ ਮੈਂ ਬਤੌਰ ਸਰਪੰਚ ਸ਼ੁਰੂ ਕਰਕੇ ਪਿੱਛੇ ਮੁੜ ਕੇ ਨਹੀਂ ਦੇਖਿਆ, ਜਿਹੜੀ ਤਰੱਕੀ ਕੀਤੀ, ਕੋਈ ਇਹਦੇ ਵਿੱਚ ਕੋਈ ਐਸੀਆਂ ਅੜਚਣਾ ਉਲਝਣਾ ਜਾਂ ਫਿਰ ਕੋਈ ਐਸੀ ਸਕਸੈਸ ਜਿਹੜੀ ਤੁਸੀਂ ਇੱਥੇ ਸਾਡੇ ਨਾਲ ਜਾਂ ਕਹਿ ਲਓ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ? ਦੇਖੋ ਮੈਂ ਤਾਂ ਉਸ ਸਕਸੈਸ ਦਾ ਕਾਰਨ ਜਿਹੜਾ ਦੱਸਤਾ ਕਿ ਬਹੁਤ ਵੱਡਾ ਜਿਹੜਾ ਸੀ ਕਿ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਰਿਹਾ। ਔਰ ਇਹ ਵੀ ਮੈਂ ਕਿਹਾ ਕਿ ਵੀ ਰਾਜਨੀਤੀ 'ਚ ਔਕੜਾਂ ਨਹੀਂ ਆਉਣੀਆਂ, ਐਸਾ ਨਹੀਂ ਹੈ, ਪਰ ਇਹ ਹੈ ਦ੍ਰਿੜਤਾ ਵੀ ਰਹੀ ਹੈ। ਔਰ ਦ੍ਰਿੜਤਾ ਨੂੰ ਅੱਗੇ ਪੂਰੀ ਤਰ੍ਹਾਂ ਹੁੰਗਾਰਾ ਜਿਹੜਾ ਦਿੱਤਾ ਹੈ ਉਹ ਪਰਿਵਾਰ ਨੇ ਦਿੱਤਾ। ਯਾਰਾਂ ਦੋਸਤਾਂ ਨੇ ਵੀ ਕਿਸੇ ਪਾਸਿਓਂ ਮੈਨੂੰ ਕੋਈ ਕਮੀ ਨਹੀਂ ਛੱਡੀ। ਇਹ ਜਿੱਥੇ ਜਦੋਂ ਅਸੀਂ ਅੱਗੇ ਇਸ ਤਰੀਕੇ ਨਾਲ ਵੱਧਦੇ ਰਹੇ ਔਰ ਇੰਨੀ ਸਪੋਰਟ ਮਿਲੀ ਕਿ ਅੜਚਣਾ ਕੋਈ ਬਹੁਤ ਵੱਡੀਆਂ ਸਾਹਮਣੇ ਨਹੀਂ ਬਣ ਕੇ ਰੱਖੀਆਂ। ਹਾਂ ਇੰਨਾ ਕਿ ਪਰਮਾਤਮਾ ਦਾ ਆਸ਼ੀਰਵਾਦ ਹੈ, ਜਦੋਂ ਪਰਮਾਤਮਾ ਦਾ ਆਸ਼ੀਰਵਾਦ ਹੋਵੇ ਤੇ ਹਾਈ ਕਮਾਂਡ ਦਾ ਵੀ ਆਸ਼ੀਰਵਾਦ ਬਣਿਆ ਰਹਿੰਦਾ ਤੇ ਪਰਿਵਾਰ ਦਾ ਵੀ ਸਾਰਾ ਸੀ। ਸੋ ਇਸ ਕਰਕੇ ਅੜਚਣਾ ਜੇ ਕਹੀਏ ਕਿ ਬਾਕੀਆਂ ਨਾਲੋਂ ਵੱਖਰੀਆਂ ਹੋਣ, ਅੜਚਣਾ ਇੱਕ ਜ਼ਿੰਦਗੀ ਦਾ ਹਿੱਸਾ ਹੈ ਜੀ। ਔਰ ਜ਼ਿੰਦਗੀ ਦੇ ਹਿੱਸੇ 'ਚ ਅੜਚਣਾ 'ਚ ਕਈ ਵਾਰੀ ਮਨ ਦੁਖੀ ਜ਼ਰੂਰ ਹੁੰਦਾ ਹੈ, ਪਰ ਪਰਿਵਾਰ ਨੇ ਕਿਹਾ ਕਿ ਨਹੀਂ ਇਹ ਚੀਜ਼ਾਂ ਤੇ ਆਉਣੀਆਂ ਜਾਣੀਆਂ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਮੈਂ ਤਾਂ ਕਿਤੇ ਕੁਛ ਵੀ ਨਹੀਂ, ਭਗਵਾਨ ਰਾਮ ਜੀ ਨੂੰ ਤਾਂ ਸਵੇਰੇ ਰਾਜ ਮਿਲਣਾ ਸੀ ਤਾਂ ਉਹ ਜੰਗਲਾਂ 'ਚ ਫਿਰਦੇ ਸੀ, ਤੇ ਜਦੋਂ ਅਸੀਂ ਉਹ ਦੇਖਦੇ ਹਾਂ ਤਾਂ ਫਿਰ ਮੈਂ ਕੁਛ ਨਜ਼ਰ ਨਹੀਂ ਆਉਂਦਾ। ਔਰ ਮੈਂ ਕਹਿੰਦਾ ਕਿ ਮੈਂ ਤੁੱਛ ਹਾਂ ਤੇ ਭਗਵਾਨ ਰਾਮ ਦੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ। ਤੇ ਸੋ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਚੀਜ਼ਾਂ ਜਿਹੜੀਆਂ ਸਾਨੂੰ ਜਿੱਥੇ ਸਾਡੇ ਗ੍ਰੰਥਾਂ ਨੇ ਸਾਨੂੰ ਬੜਾ ਹੌਸਲਾ ਦਿੱਤਾ ਹੈ, ਉੱਥੇ ਪਰਿਵਾਰ ਨੇ ਵੀ ਦਿੱਤਾ। ਔਰ ਕਿਸੇ ਪਾਸੇ ਅੜਚਣਾ ਸਾਡੇ ਤੇ ਹੈਵੀ ਹੋਣ ਐਸਾ ਕਦੀ ਮੌਕਾ ਨਹੀਂ ਆਇਆ ਜੀ। ਇਹ ਤੇ ਹੋ ਗਿਆ ਕੁਝ ਇੱਕ ਪਰਿਵਾਰਿਕ ਗੱਲਾਂ। ਹੁਣ ਗੱਲ ਕਰੀਏ ਰਾਜਨੀਤੀ ਦੀ, ਜਾਂ ਫਿਰ ਅਸੀਂ ਗੱਲ ਕਰ ਲਈਏ ਜਿਹੜਾ ਇਸ ਵੇਲੇ ਤੁਹਾਨੂੰ ਅਹੁਦਾ ਮਿਲਿਆ ਜੀ। ਤੇ ਕਿਹਾ ਜਾਂਦਾ ਹੈ ਕਿ ਇਸ ਅਹੁਦੇ ਨਾਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜੁੜੀਆਂ। ਬਤੌਰ ਚੇਅਰਮੈਨ ਨੈਸ਼ਨਲ ਕਮਿਸ਼ਨ ਫਾਰ ਐਸਸੀਜ਼, ਕੀ ਸੋਚ ਲੈ ਕੇ ਤੁਸੀਂ ਇਹ ਚੇਅਰਮੈਨਸ਼ਿਪ ਜਿਹੜੀ ਹੈ ਜਦੋਂ ਤੁਸੀਂ ਜੁਆਇਨ ਕੀਤੀ, ਤੇ ਇੱਕ ਵਿਜ਼ਨ ਹੁੰਦੀ ਹੈ ਕਿ ਮੈਂ ਕਿਸ ਤਰ੍ਹਾਂ ਕੰਮ ਕਰਨਾ ਹੈ, ਕੀ ਕਿੱਥੇ ਕਿੱਥੇ ਕੰਮ ਜਿਹੜਾ ਹੋਣ ਵਾਲਾ ਹੈ? ਦੇਖੋ ਪਹਿਲਾਂ ਤਾਂ ਜਦੋਂ ਜ਼ਿੰਮੇਵਾਰੀ ਮਿਲੀ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੈ, ਇਹਦੇ ਲਈ ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ ਬਹੁਤ ਵੱਡਾ ਕੰਮ ਹੈ ਇਸ ਨਾਲ ਜੀ। ਔਰ ਦੇਸ਼ ਦਾ ਬਹੁਤ ਵੱਡਾ ਵਰਗ ਜਿਹੜਾ ਆ ਉਹ ਇਸ ਦੇ ਵੱਲ ਦੇਖਦਾ ਹੈ। ਲਗਭਗ 20% ਤੋਂ ਦੇ ਕਰੀਬ ਜਿਹੜਾ ਵਰਗ ਐਸਸੀ ਵਰਗ ਹੈ ਉਹ ਇਸ ਦੇ ਵੱਲ ਇਹਦੇ ਤੋਂ ਬਹੁਤ ਸਾਰੀਆਂ ਆਸਾਂ ਵੀ ਰੱਖਦਾ ਹੈ। ਔਰ ਜਦੋਂ ਮੈਂ ਇਹਨੂੰ ਜੁਆਇਨ ਕੀਤਾ ਨਿਸੰਦੇਹ ਕਿ ਮੈਂ ਹਾਲੇ ਤੱਕ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਵੀ ਮੈਂ ਪਰਮਾਤਮਾ ਦੀ ਕਿਰਪਾ ਨਾਲ ਮੈਂ ਜਿਸ ਸੈਕਟਰ 'ਚ ਗਿਆ, ਚਾਹੇ ਮੈਂ ਰਾਜਨੀਤੀ ਦੇ ਸੈਕਟਰ 'ਚ ਗਿਆ, ਮੈਂ ਖਾਦੀ ਬੋਰਡ ਦਾ ਚੇਅਰਮੈਨ ਰਿਹਾ, ਔਰ ਚਾਹੇ ਮੈਂ ਫੋਰੈਸਟ ਦਾ ਰਿਹਾ ਜਾਂ ਆਪਣੀ ਮੰਤਰਾਲੇ 'ਚ ਰਿਹਾ, ਵੀ ਪਰਮਾਤਮਾ ਦੀ ਕਿਰਪਾ ਨਾਲ ਜਿੱਥੇ ਵੀ ਗਿਆ ਕੁਛ ਨਾ ਕੁਛ ਉੱਥੇ ਆਊਟਪੁੱਟ ਆਪਣੀ ਦੇ ਕੇ ਆਇਆ ਜੀ। ਔਰ ਇੱਕ ਇੱਛਾ ਜਿਹੜੀ ਰਹਿੰਦੀ ਹੈ ਕਿ ਵੀ ਮੈਨੂੰ ਕੱਲ੍ਹ ਨੂੰ ਯਾਦ ਰੱਖਣ, ਚਾਹੇ ਮੈਂ ਸਰਪੰਚ ਵਜੋਂ ਵੀ ਕੰਮ ਕਰਕੇ ਆਇਆ, ਅੱਜ ਵੀ ਲੋਕ ਜਾਣਦੇ। ਤੇ ਜਦੋਂ ਮੈਂ ਆਇਆ ਤੇ ਇਹ ਜ਼ਰੂਰ ਸੀ ਇੱਛਾ ਕਿ ਵੀ ਦੇਖੀਏ ਕਿ ਕਮਿਸ਼ਨ ਕਿਸ ਤਰੀਕੇ ਨਾਲ ਕੰਮ ਕਰਦਾ ਹੈ, ਉਸ ਨੂੰ ਸੋਚਣ ਸਮਝਣ ਦੀ ਵੀ ਕੋਸ਼ਿਸ਼ ਕੀਤੀ ਹੈ ਜੀ। ਪਰ ਜਦੋਂ ਮੈਂ ਇਹ ਪੁੱਛਿਆ ਕਿ ਵੀ ਕਿੰਨਾ ਕੁ ਪੈਂਡਿੰਗ ਕੰਮ ਹੈ
ਤੇ ਦੇਖ ਕੇ ਇੱਕਦਮ ਜਿਹੜੇ ਸ਼ੌਕ ਵੀ ਲੱਗਾ ਕਿ 67,000 ਹਾਲੇ ਫਾਈਲ ਜਿਹੜੀ ਆ ਪੈਂਡਿੰਗ ਪਈ ਹੈ। ਉਹਦਾ ਕਾਰਨ ਇਹ ਵੀ ਸੀ ਕਿ ਵੀ 7-8 ਮਹੀਨੇ ਜਿਹੜਾ ਉਹ ਕਮਿਸ਼ਨ ਦਾ ਚੇਅਰਮੈਨ ਨਾ ਹੋਣ ਦਾ ਵੀ ਕਾਰਨ ਹੋ ਸਕਦਾ, ਇੱਕ ਕਾਰਨ ਹੋ ਸਕਦਾ ਜੀ, ਪਰ ਬਹੁਤ ਵੱਡਾ ਕਾਰਨ ਜਿਹੜਾ ਸੀ ਪੈਂਡਿੰਗ ਹੋਣ ਦਾ ਸੀ। ਔਰ ਜਿਹਦੇ ਤੇ ਅਸੀਂ ਪਹਿਲਾ ਮੇਰਾ ਇਸ ਵੇਲੇ ਟਾਰਗੇਟ ਜਿਹੜਾ ਰਹੇਗਾ ਉਹ ਇਸ ਪੈਂਡੈਂਸੀ ਨੂੰ ਖਤਮ ਕਰਨਾ ਹੈ, ਕਿਉਂਕਿ ਉਸ ਸਿਸਟਮ ਨੂੰ ਅਡਾਪਟ ਅਸੀਂ ਬਣਾਉਣ ਲਈ ਕਿਹਾ ਤਾਂ ਸਾਰੇ ਅਧਿਕਾਰੀਆਂ ਨਾਲ ਬੈਠ ਕੇ ਵੀ ਇਹ ਗੱਲ ਕੀਤੀ ਕਿ ਇਸ ਨੂੰ ਪੈਂਡੈਂਸੀ ਨੂੰ ਖਤਮ ਕਰਨਾ ਸਾਡਾ ਇੱਕ ਲਕਸ਼ ਦੇ ਰੂਪ 'ਚ ਲੈ ਕੇ ਚੱਲਾਂਗੇ ਤਾਂ ਖਤਮ ਹੋਏਗਾ, ਇਹ ਆਪਣੇ ਆਪ ਨਹੀਂ ਹੋਏਗਾ। ਦੂਸਰਾ ਕਿ ਅੱਜ ਜਿਹੜਾ IT ਦਾ ਯੁੱਗ ਹੈ, IT ਦੇ ਯੁੱਗ 'ਚ ਅਸੀਂ ਦੇਖਦੇ ਹਾਂ ਕਿ ਵੀ ਹਰ ਜਗ੍ਹਾ ਤੇ ਇੰਟਰਨੈਟ ਦੀ ਸੁਵਿਧਾ ਹੈ, ਪਰ ਜਿਹੜਾ ਐਪਲੀਕੇਸ਼ਨ ਜਾਂ ਸਮੱਸਿਆ ਜਿਹੜਾ ਸਾਡਾ SC ਵਰਗ ਦਾ ਲੈ ਕੇ ਆਂਦਾ ਉਸ ਦੀ ਸਮੱਸਿਆ ਨੂੰ ਉੱਥੇ ਤੱਕ ਪਹੁੰਚਾਉਣ 'ਚ ਬੜਾ ਟਾਈਮ ਲੱਗਦਾ ਹੈ। ਇਸ ਕਰਕੇ ਅਸੀਂ ਆਉਂਦਿਆਂ ਹੀ ਇਹ ਕਿਹਾ ਕਿ ਵੀ ਡਿਸੀਜਨ ਲਿਆ ਕਿ ਅਸੀਂ ਇੱਕ ਸੌਫਟਵੇਅਰ ਜਿਹੜਾ ਆ ਮੰਨ ਲਓ ਪੋਰਟਲ ਤਿਆਰ ਕਰਾਂਗੇ, ਸੌਫਟਵੇਅਰ ਵੀ ਰੱਖਾਂ ਉਹਦੇ ਲਈ ਅਸੀਂ ਇੰਟਰਨੈਟ ਦੇ ਉੱਤੇ ਪੋਰਟਲ ਤਿਆਰ ਕਰਾਂਗੇ ਤਾਂ ਕਿ ਕੋਈ ਵੀ ਵਿਅਕਤੀ ਬੈਠਾ ਆਪਣੇ ਘਰ ਤੋਂ ਬੈਠ ਕੇ ਉਹ ਆਪਣੀ ਕੰਪਲੇਂਟ ਵੀ ਦੇ ਸਕਦਾ ਹੈ। ਕੰਪਲੇਂਟ ਦੇਣ ਦੇ ਲਈ ਉਹ ਆਪਣੀ ਰਿਟਨ ਵੀ ਦੇ ਸਕਦਾ, ਅਗਰ ਉਹਦੇ ਕੋਲ PDF ਫਾਈਲ ਹੈ ਜਾਂ ਫੋਟੋਸ਼ਾਪ ਤੇ ਉਹਦੀ ਕੋਈ ਫੋਟੋ ਉਹਦੀ ਖਿੱਚੀ ਆ ਉਹ ਵੀ ਡਾਊਨਲੋਡ ਕਰ ਸਕਦਾ। ਇਹ ਅਕਸਰ ਆਮ ਮਿਲਦਾ ਹੈ, ਪਰ ਅਸੀਂ ਇਹ ਵੀ ਕਿਹਾ ਕਿ ਬੰਦਾ ਕੋਈ ਲਿਖ ਹੀ ਨਹੀਂ ਸਕਦਾ ਜੀ, ਔਰ ਉਹ ਕਿਸੇ ਕੋਲੋਂ ਤਾਂ ਕਹਿ ਸਕਦਾ ਕਿ ਮੇਰੀ ਇੰਟਰਨੈਟ ਤੇ ਲੋਡ ਕਰ ਦੇ, ਪਰ ਉਹ ਅਗਰ ਆਪਣੀ ਵਾਇਸ 'ਚ ਰਿਕਾਰਡ ਕਰ ਸਕਦਾ ਹੋਵੇ ਤਾਂ ਉਹ ਵੀ ਅਸੀਂ ਕਰਾਤਾ। ਔਰ ਨਾਲ ਇਹ ਵੀ ਕਿਹਾ ਕਿ ਵੀ ਉਹ ਵੀਡੀਓ ਵੀ ਆਪਣੀ ਲੋਡ ਕਰ ਸਕਦਾ, ਔਰ ਐਵੀਡੈਂਸ ਕਿਉਂਕਿ ਅਤਿਆਚਾਰ ਹੁੰਦਾ ਤਾਂ ਉਹਦੇ 'ਚ ਐਵੀਡੈਂਸ ਦੇਣ ਦੀ ਲੋੜ ਦੀ ਵੀ ਬਹੁਤ ਹੁੰਦੀ ਹੈ, ਤੇ ਵੀਡੀਓ ਵੀ ਅਪਲੋਡ ਕਰ ਸਕੇ। ਔਰ ਜਿੱਦਾਂ ਹੀ ਉਹ ਲੋਡ ਕਰੇਗਾ ਉਸ ਨੂੰ ਇਸ ਪਤਾ ਹੋਏਗਾ ਕਿ ਇਹਦੀ ਐਪਲੀਕੇਸ਼ਨ ਇਸ ਵੇਲੇ ਕਿਹੜੇ ਅਫਸਰ ਕੋ ਆ, ਅਗਲੇ ਹਫਤੇ ਕਿਹਦੇ ਕੋ ਸੀ, ਉਸ ਆਫਿਸਰ ਨੇ ਕੀ ਆਪਣੀ ਉਹਦੇ ਤੇ ਟਿੱਪਣੀ ਕਰਕੇ ਆਪਣੇ ਕੀ ਰਿਮਾਰਕਸ ਦੇ ਕੇ ਅੱਗੇ ਭੇਜੀ ਹੈ, ਉਸ ਤੋਂ ਬਾਅਦ ਅੱਗੇ ਕਿੱਥੇ ਗਈ ਆ, ਔਰ ਤਿਲ ਆਖਰ ਤੱਕ ਉਹ ਕਿਤੇ ਵੀ ਆਪਣੀ ID ਨੂੰ ਉਹ ਜਿਹੜੀ ਤੁਹਾਨੂੰ ID ਜਨਰੇਟ ਕਰੇਗਾ ਉਹਨੂੰ ਪਾ ਕੇ ਆਪਣਾ ਸਟੇਟਸ ਵੀ ਦੇਖ ਸਕਦਾ ਹੋਏਗਾ। ਔਰ ਇਹਨੂੰ ਇੱਕ ਹੋਰ ਚੀਜ਼ ਵੀ ਸਮੱਸਿਆ ਆਈ ਹੈ ਕਿ ਵੀ ਇੰਟਰਨੈਟ ਤਾਂ ਸਾਰੇ ਪਿੰਡਾਂ 'ਚ ਚਲਾ ਗਿਆ, ਹਰ ਕੋਨੇ-ਕੋਨੇ 'ਚ ਚਲਾ ਗਿਆ, ਪਰ ਉਹਨੂੰ ਆਪਰੇਟ ਕਰਨ ਵਾਲਾ ਹਰ ਕੋਈ ਵਿਅਕਤੀ ਨਹੀਂ ਹੈ। ਇਸ ਕਰਕੇ ਅਸੀਂ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਾਡੇ ਸੁਵਿਧਾ ਸੈਂਟਰ ਹੈ ਉਹ ਕਰਾਂਗੇ ਹਾਲੇ, ਕਿਉਂਕਿ ਅਸੀਂ ਇਹ ਜਿਹੜਾ ਸੌਫਟ ਪੋਰਟਲ ਹੈ ਇਹ 14 ਅਪ੍ਰੈਲ ਨੂੰ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਦੇ ਉੱਤੇ ਲਾਂਚ ਕਰਨਾ ਹੈ, ਇਹ ਤੈਅ ਹੈ ਜੀ। ਔਰ ਜਿਹੜਾ ਇਹਨੂੰ ਕਿਤੇ ਹੋਰ ਜਾਣੀ ਸੁਵਿਧਾ ਦੇਣ ਦੇ ਲਈ ਅਸੀਂ ਸੁਵਿਧਾ ਸੈਂਟਰ ਦੇ ਨਾਲ ਵੀ ਉਹ ਤਾਂ ਕਿ ਉਹਦੇ 'ਚ 100-200 ਜੋ ਵੀ ਸੁਵਿਧਾ ਸੈਂਟਰ ਦੀ ਫੀਸ ਹੋਏਗੀ ਉਹ ਦੇ ਕੇ ਵੀ ਉਹਨਾਂ ਦੀਆਂ ਸੇਵਾਵਾਂ ਲੈ ਕੇ ਵੀ ਉਹ ਆਪਣੀ ਜਿਹੜੀ ਹੈ ਕੰਪਲੇਂਟ ਨੋਟ ਕਰ ਸਕਦਾ। ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਟੋਲ ਫ੍ਰੀ ਨੰਬਰ ਹੈ ਜਿੱਦਾਂ 1800 118888 ਜੀ ਮੰਨ ਲਓ 8888 1811 8888 ਟੋਲ ਫ੍ਰੀ ਨੰਬਰ ਵੀ ਹੈ। ਮੇਲ ਵੀ ਹੈ chairman-nsc@gov.in ਜੀ, ਉਹ ਇਹਦੇ ਤੇ ਵੀ ਉਹ ਆਪਣੇ ਜਿਹੜੀ ਹੈ ਕੰਪਲੇਂਟ ਵੀ ਦੇ ਸਕਦਾ। ਪਰ ਹਰ ਕੰਪਲੇਂਟ ਚਾਹੇ ਉਹ ਕਿਸੇ ਮਜ਼ਬੂਤ ਵਿਅਕਤੀ ਵੱਲੋਂ ਦਿੱਤੀ ਜਾਂ ਆਮ ਆਦਮੀ ਵੱਲੋਂ ਦਿੱਤੀ, ਉਸ ਕੰਪਲੇਂਟ ਦਾ ਮਤਲਬ ਉਨਾ ਹੀ ਵੱਡਾ ਹੋਏਗਾ ਜਿਹੜਾ ਕਿ ਇੱਕ ਬਹੁਤ ਵੱਡੇ ਜਿਹੜੀ ਕਿਸੇ ਨੇ ਦਿੱਤੀ ਹੈ ਕੋਈ ਪ੍ਰਭਾਵਸ਼ਾਲੀ ਨੇ ਦਿੱਤੀ, ਐਸਾ ਕਿਤੇ ਨਹੀਂ ਹੋਏਗਾ। ਔਰ ਇਹ ਇੱਕ ਐਸਾ ਅਦਾਰਾ ਆ ਜਿੱਥੇ ਕੋਈ ਵਿਚਲਾ ਕੋਈ ਵਿਅਕਤੀ ਨੂੰ ਪਾਏ ਬਿਨਾਂ ਸਿੱਧੇ ਤੌਰ ਤੇ ਵੀ ਤੁਸੀਂ ਅਪਰੋਚ ਕਰ ਸਕਦੇ ਆ, ਔਰ ਤੁਹਾਨੂੰ ਆਪਣਾ ਕੇਸ ਫਾਈਟ ਕਰਨ ਦੇ ਲਈ ਕਿਸੇ ਵਕੀਲ ਦੀ ਲੋੜ ਨਹੀਂ ਹੈ। ਬਹੁਤ ਖੂਬ ਜੀ। ਸਭ ਤੋਂ ਵੱਡੀ ਗੱਲ ਤਾਂ ਖਾਸ ਕਰਕੇ ਔਰਤਾਂ ਲਈ ਜਦੋਂ ਆਉਂਦਾ ਹੈ ਤੇ ਕੀ ਔਰਤਾਂ ਨੂੰ ਆਪ ਹੀ ਆਪਣਾ ਵੌਇਸ ਮੈਸੇਜ ਦੇਤਾ ਜਾਂ ਫਿਰ ਔਰਤਾਂ ਲਈ ਕੋਈ ਖਾਸ ਸੁਵਿਧਾ ਵੀ ਰੱਖੀ ਗਈ ਹੈ? ਐਸਾ ਨਹੀਂ, ਕਿਉਂਕਿ ਔਰਤਾਂ ਲਈ ਨਹੀਂ, SCs ਦੇ ਲਈ। ਹਾਂਜੀ, ਔਰ SC ਸਾਰੇ ਜਿਹੜਾ ਕੋਈ ਵੀ ਹੋਵੇ ਉਹ ਸਾਰਿਆਂ ਲਈ ਵੌਇਸ ਵੀ ਦੇ ਸਕਦਾ, ਜਿਹੜੀ ਵੀ ਵੌਇਸ ਵੀ ਦੇ ਸਕਦਾ ਆ। ਔਰ ਮੈਂ ਤਾਂ ਕਿਹਾ ਕਿ ਅਗਰ ਵੀਡੀਓ ਨਹੀਂ ਹੈ ਵੌਇਸ ਦੇ ਸਕਦਾ, PDF ਫਾਈਲ ਡਾਊਨਲੋਡ ਕਰ ਸਕਦਾ, ਫਾਈਲ ਅਟੈਚ ਕਰ ਸਕਦਾ, ਔਰ ਸਿੱਧਾ ਵੀ ਉਹਦੇ ਤੇ ਟਾਈਪ ਕਰਕੇ ਵੀ ਕਰ ਸਕਦਾ। ਔਰ ਇਹਦੇ ਲਈ SC ਚਾਹੇ ਉਹ ਮਹਿਲਾ ਹੋਵੇ ਜਾਂ ਜੈਂਟਸ ਹੋਵੇ ਸਾਰੇ ਆਪਣੇ ਉਹਦੇ 'ਚ ਕੰਮ ਕਰ ਸਕਦੇ ਨੇ। ਅੱਛਾ, ਤੁਸੀਂ ਜ਼ਿਕਰ ਕੀਤਾ ਸੀ 67,000 ਪੈਂਡੈਂਸੀ ਦੀ ਜਦੋਂ ਗੱਲ ਕੀਤੀ ਸੀਗੀ ਜੀ, ਇਹ ਕੈਸੀਆਂ ਨੇ ਕੰਪਲੇਂਟਸ ਨੇ ਜਾਂ ਫਿਰ ਕੋਈ ਸਕੀਮਸ ਨੇ ਜਿਹੜੀਆਂ ਲਾਗੂ ਨਹੀਂ ਹੋਈਆਂ? ਕੈਸੀਆਂ ਪੈਂਡੈਂਸੀ ਕਿਹੋ ਜਿਹੀ ਹੈ? ਦੇਖੋ ਸਿਮਰਨ ਜੀ, ਇਹ ਸਾਡਾ ਜਿਹੜਾ ਕਮਿਸ਼ਨ ਹਰ ਖੇਤੇ 'ਚ ਕੰਮ ਕਰਦਾ ਹੈ ਜੀ, ਔਰ ਇਹਦੇ 'ਚ ਕਮਿਸ਼ਨ ਦਾ ਜਿਹੜਾ ਕੰਮ ਪਹਿਲਾਂ ਤਾਂ ਐਟਰੋਸਿਟੀ ਦਾ ਹੈ, ਅਤਿਆਚਾਰ ਜਿਨ੍ਹਾਂ ਦੇ ਉੱਤੇ ਹੋ ਰਿਹਾ ਉਹ ਸਮਾਜਿਕ ਤੌਰ ਤੇ ਹੋ ਰਿਹਾ, ਉਹ ਪ੍ਰਸ਼ਾਸਨਿਕ ਤੌਰ ਤੇ ਹੋ ਰਿਹਾ, ਕਿਸੇ ਤਰੀਕੇ ਤੇ ਵੀ ਹੋਣ।
ਔਰ ਇੱਕ ਤਾਂ ਉਹ ਦੇਖਦਾ ਐਟਰੋਸਿਟੀ ਵਗੈਰਾ 'ਚ। ਦੂਸਰਾ ਜਿਹੜਾ ਸਰਕਾਰੀ ਅਦਾਰਿਆਂ ਦੇ ਵਿੱਚ, ਉਹ ਚਾਹੇ ਸਰਕਾਰ ਸੂਬਾ ਦੀ ਹੋਵੇ ਜਾਂ ਕੇਂਦਰ ਦੀ ਹੋਵੇ ਜਾਂ ਸੈਮੀ ਗਵਰਨਮੈਂਟ ਜਿਹਨੂੰ ਅਰਧ ਸਰਕਾਰੀ ਕਹਿੰਦੇ ਆ, ਉਹ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ ਵੀ ਅਨੁਸੂਚਿਤ ਜਾਤੀ ਦੇ ਵਿਅਕਤੀ ਦੇ ਨਾਲ ਵੀ ਕਿਤੇ ਡਿਸਕ੍ਰਿਮੀਨੇਸ਼ਨ ਹੁੰਦਾ ਹੈ, ਉਹਦੀ ਵੀ ਸੁਣਵਾਈ ਅਸੀਂ ਕਰਦੇ ਹਾਂ। ਔਰ ਤੀਸਰਾ ਜਿਹੜਾ ਸਾਡੇ ਕੇਂਦਰ ਸਰਕਾਰ ਔਰ ਸੂਬਾ ਸਰਕਾਰਾਂ ਕੁਝ ਯੋਜਨਾਵਾਂ ਬਣਾਉਂਦੀ ਹੈ ਜੀ, ਉਹ ਯੋਜਨਾਵਾਂ ਦੇ ਵਿੱਚ ਲਾਭਪਾਤਰੀ ਜਿਹੜੇ ਹੁੰਦੇ ਆ ਉਹ ਅਨੁਸੂਚਿਤ ਜਾਤੀ ਦੇ ਹੁੰਦੇ ਆ। ਬਿਲਕੁਲ ਜੀ। ਔਰ ਅਨੁਸੂਚਿਤ ਜਾਤੀ ਦੇ ਲਾਭਪਾਤਰਾਂ ਨੂੰ ਜਿਹੜਾ ਆ ਜਿੱਥੇ ਵੀ ਕਿਤੇ ਕਮੀ ਆਉਂਦੀ ਆ ਉਹ ਦੇਖਣ ਦਾ ਕੰਮ ਵੀ ਸਾਡਾ ਹੈ ਜੀ। ਭਾਵ ਜਿੱਦਾਂ ਬਹੁਤ ਸਾਰੇ ਕੋਈ ਐਸਾ ਅਦਾਰਾ ਨਹੀਂ ਜਿਹਦੇ 'ਚ ਅਨੁਸੂਚਿਤ ਜਾਤੀ ਦੀਆਂ ਯੋਜਨਾਵਾਂ ਦੇ ਪੈਸਾ ਨਹੀਂ ਆਉਂਦਾ, ਪਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰਾ ਪੈਸਾ ਜਾਂ ਤਾਂ ਅਫੀਸਰਾਂ ਦੇ ਕਰਕੇ ਇੱਧਰ ਉੱਧਰ ਕਰਤਾ ਜਾਂਦਾ। ਕਈ ਵਾਰੀ ਤਾਂ ਇਹ ਵੀ ਦੇਖਣ ਆਇਆ ਕਿ ਵੀ ਕੇਂਦਰ ਦੀ ਸਰਕਾਰ ਨੇ ਸੂਬਿਆਂ ਨੂੰ ਭੇਜਿਆ ਜੀ, ਤੇ ਉਹ ਸੂਬਾ ਸਰਕਾਰਾਂ ਜਿਹੜੀਆਂ ਆ ਉਹ ਆਪਣਾ ਕਿਸੇ ਹੋਰ ਮਦਦ ਦੇ ਵਿੱਚ ਖਰਚ ਲੈਣੀਆਂ ਆ, ਨਾ ਕਿ ਜਿਸ ਮਦਦ ਦੇ ਲਈ ਉਹ ਆਇਆ ਹੁੰਦਾ। ਸਾਡਾ ਉਹ ਵੀ ਦੇਖਣਾ ਕੰਮ ਹੈ। ਔਰ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ, ਕਿਉਂਕਿ ਐਸੀਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਪੰਜਾਬ 'ਚ ਹੈ, ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਸਰਕਾਰ ਦੀਆਂ ਇਹਨਾਂ ਯੋਜਨਾਵਾਂ ਦਾ ਇੰਪਲੀਮੈਂਟ ਨਾ ਹੋਣਾ ਉਹ ਬਹੁਤ ਵੱਡੀ ਸਮੱਸਿਆ। ਤਾਂ ਸਾਡਾ ਇਹ ਵੀ ਹੈ ਕਿ ਅਸੀਂ ਕਿਸੇ ਵੀ ਮਹਿਕਮੇ ਦੀ, ਚਾਹੇ ਬੈਂਕ ਹੋਵੇ ਚਾਹੇ ਕੋਈ ਸਰਕਾਰੀ ਅਦਾਰਾ ਕੋਈ ਵੀ ਹੋਵੇ, ਉਹਦੀ ਵੀ ਅਸੀਂ ਰਿਵਿਊ ਮੀਟਿੰਗ ਕਰਕੇ ਉਹਦੇ 'ਚ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਦੇ ਲਈ ਉਹਨਾਂ ਨੂੰ ਹਦਾਇਤਾਂ ਦਿੰਦੇ ਹਾਂ। ਇਸ ਦੇ ਵਿੱਚ ਪ੍ਰਾਈਵੇਟ ਵੀ ਆ ਗਏ ਤੇ ਪਬਲਿਕ ਵੀ ਆ ਗਏ। ਪ੍ਰਾਈਵੇਟ ਦੇ ਵਿੱਚ ਤਾਂ ਜਿਹੜੇ ਐਟਰੋਸਿਟੀ ਦੇ ਕੇਸ, ਜਿਹੜੇ ਉਤਪੀੜਨ ਦੇ, ਕੋਈ ਲੜਾਈ ਝਗੜਾ, ਗਾਲੀ ਗਲੋਚ, ਇਸ ਤਰ੍ਹਾਂ ਦੇ, ਕਿਸੇ ਦੇ ਬਾਲ ਕੱਟ ਦਿੱਤੇ, ਕਿਸੇ ਨੂੰ ਮੂੰਹ 'ਚ ਮੈਲਾ ਪਾਤਾ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਉਣੀਆਂ, ਉਹ ਸਾਰੀਆਂ ਆਉਂਦੀਆਂ। ਬਾਕੀ ਅਸੀਂ ਸਰਕਾਰੀ ਅਦਾਰਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਦੇਖਿਆ ਜਾਂਦਾ। ਅੱਛਾ, ਜਦੋਂ ਅਸੀਂ ਸਕੀਮਸ ਬਾਰੇ ਪੜ੍ਹਦੇ ਹਾਂ ਨਾ, ਬਹੁਤ ਸਾਰੀਆਂ ਸਕੀਮਸ ਨੇ ਜਿਹੜੀਆਂ ਦਿੱਤੀਆਂ ਗਈਆਂ ਨੇ। ਤੁਸੀਂ ਜ਼ਿਕਰ ਕੀਤਾ ਸੀਗਾ, ਬਹੁਤੀ ਵਾਰੀ ਇਸ ਤਰ੍ਹਾਂ ਹੁੰਦਾ ਕਿ ਉਹ ਸਕੀਮ ਪਹੁੰਚਦੀ ਨਹੀਂ ਆਮ ਜਨਤਾ ਤੱਕ। ਕੀ ਤੁਸੀਂ ਇਹ ਚੀਜ਼ ਨੂੰ ਵੀ ਨੋਟਿਸ ਇਸ ਚੀਜ਼ ਦਾ ਵੀ ਲੈਂਦੇ ਹੋ ਕਿ ਜਿਹੜੀ ਆਮ ਜਨਤਾ, ਖਾਸ ਕਰਕੇ ਜਦੋਂ ਗੱਲ ਆ ਗਈ ਅਨੁਸੂਚਿਤ ਜਾਤੀਆਂ ਦੀ, ਕਿ ਉਹ ਅਵੇਅਰ ਹੀ ਨਹੀਂ ਹੈਗੇ ਇਹਨਾਂ ਚੀਜ਼ਾਂ ਬਾਰੇ? ਕੋਈ ਐਸਾ ਸੈੱਲ ਵੀ ਡਿਵੈਲਪ ਕੀਤਾ ਗਿਆ ਹੈ ਜਾਂ ਕਰੋਗੇ ਆਉਣ ਵਾਲੇ ਟਾਈਮ 'ਚ ਕਿ ਘਰ ਘਰ ਪਤਾ ਹੋਵੇ ਇਹਨਾਂ ਬਾਰੇ? ਦੇਖੋ, ਇਹ ਜਿਹੜਾ ਚੀਜ਼ਾਂ, ਇਹ ਪ੍ਰਚਾਰ ਪ੍ਰਸਾਰ ਦਾ ਕੰਮ ਜਿਹੜਾ ਬੇਸਿਕਲੀ ਕਮਿਸ਼ਨ ਦਾ ਨਹੀਂ। ਕਮਿਸ਼ਨ ਦਾ ਕੰਮ ਸਿਰਫ ਮੋਨੀਟਰਿੰਗ ਕਰਨਾ ਜੀ। ਜਦੋਂ ਅਸੀਂ ਮੋਨੀਟਰਿੰਗ ਕਰਦੇ ਹਾਂ, ਜਿੱਥੇ ਸਾਨੂੰ ਕਮੀ ਲੱਗਦੀ ਆ, ਅਸੀਂ ਉਹਦੇ 'ਚ ਆਪਣੀ ਦੇ ਕੇ ਆਉਂਦੇ ਹਾਂ, ਕਹਿ ਕੇ ਆਉਂਦੇ ਕਿ ਇਹਦੇ 'ਚ ਇੱਥੇ ਪ੍ਰਚਾਰ ਪ੍ਰਸਾਰ ਦੀ ਵੀ ਲੋੜ ਹੈ, ਲੋਕਾਂ ਨੂੰ ਜਾਣੂ ਕਰਾਉਣ ਦੇ ਤਰੀਕੇ ਵੀ ਹੈ। ਔਰ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡਾ ਉਹ ਤੁਸੀਂ ਪੁੱਛਿਆ ਸੀ ਪੈਂਡੈਂਸੀ ਕਿਉਂ ਆ, ਅਤੇ ਪੈਂਡੈਂਸੀ ਦਾ ਤਾਂ ਤਰੀਕਾ ਮੈਂ ਦੱਸਦਾ ਵੀ ਉਹਨਾਂ ਅਦਾਰਿਆਂ ਨੂੰ ਦੇਖਦੇ ਹਾਂ। ਪਰ ਅਸੀਂ ਉਸ ਪੈਂਡੈਂਸੀ ਤੋਂ ਇਲਾਵਾ ਇੱਕ ਸਾਡੇ ਕਮਿਸ਼ਨ ਦਾ ਹੋਰ ਕੰਮ ਵੀ ਆ, ਉਹ ਹੈ ਕਿ ਅਸੀਂ ਥਾਂ ਥਾਂ 'ਤੇ ਉਹਦੀ ਰਿਸਰਚ ਦਾ ਜਿਹੜਾ ਕੰਮ, ਜਿਹਨੂੰ ਅਸੀਂ ਰਿਸਰਚ ਕਹਿ ਦਈਏ, ਉਹਦੇ 'ਚ ਹੈ ਕਿ ਅਸੀਂ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨਾਲ ਵੀ, ਯੂਨੀਵਰਸਿਟੀ ਦੇ ਕੁਝ ਡਿਪਾਰਟਮੈਂਟਸ ਦੇ ਨਾਲ ਵੀ, ਔਰ ਇਹ ਈਵਨ ਦੈਨ ਅਸੀਂ ਸਮਾਜਿਕ ਜਥੇਬੰਦੀਆਂ ਨੂੰ ਵੀ, ਤੇ ਜਿਹੜੀਆਂ ਸਰਕਾਰੀ ਜਥੇਬੰਦੀਆਂ ਨੂੰ ਜੀ, ਉਹਨਾਂ ਦੇ ਨਾਲ ਵੀ, ਉਹਨਾਂ ਦੇ ਐਕਸਪੀਰੀਅੰਸ, ਅਨੁਭਵ ਜਿਹੜੇ ਆ ਉਹਨਾਂ ਦੇ ਨਾਲ ਰੱਖ ਕੇ ਅਸੀਂ ਸਰਕਾਰ ਨੂੰ ਸਲਾਹ ਵੀ ਦੇਣ ਦਾ ਕੰਮ ਜਿਹੜਾ ਕਰਾਂਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਜਦੋਂ ਉਹ ਯੋਜਨਾਵਾਂ ਬਣਾਉਣ ਤੇ ਉਹਨਾਂ ਦਾ ਧਿਆਨ ਰੱਖਣ। ਇਹ ਸਾਡਾ ਜਿਹੜਾ ਉਹਦੇ 'ਚ ਕੰਮ ਜ਼ਰੂਰ ਰਹਿੰਦਾ ਹੈ, ਜਿਹਦੇ ਕਰਕੇ ਬਹੁਤ ਸਾਰਾ ਕੰਮ ਫਿਊਚਰ ਦੇ ਵਿੱਚ ਕੋਈ ਹੋਰ ਗੜਬੜ ਨਾ ਹੋਵੇ, ਉਹ ਵੀ ਰਹਿੰਦਾ ਆ। ਸੋ ਇਹ ਸਾਡੇ ਮੋਟੇ ਰੂਪ ਦੇ ਵਿੱਚ ਰਹਿੰਦਾ ਹੈ। ਮੇਰਾ ਸਵਾਲ ਜਿਹੜਾ ਮੈਂ ਨਾ ਪੜ੍ਹ ਰਹੀ ਸੀਗੀ ਕਿ ਸਾਊਥ ਦੇ ਕਿਸੇ ਸਟੇਟ ਦਾ ਸੀਗਾ, ਸਕੂਲ ਦੇ ਵਿੱਚ ਅਨੁਸੂਚਿਤ ਜਾਤੀ ਦੀ ਕੁੱਕ ਸੀਗੀ, ਲੇਡੀ ਜਿਹੜੀ ਸੀਗੀ, ਤੇ ਉਸ ਦਾ ਇਹ ਕਹਿ ਦਿੱਤਾ, ਵਿਰੋਧ ਕਰਤਾ ਬੱਚਿਆਂ ਨੇ ਵੀ ਅਸੀਂ ਖਾਣਾ ਨਹੀਂ ਖਾਣਾ ਕਿ ਇਹ ਅਨੁਸੂਚਿਤ ਜਾਤੀ ਦੀ ਕੁੱਕ ਆ ਤੇ ਉਹਨਾਂ ਬਣਾਇਆ। ਉਤੋਂ ਇਹ ਦਿਮਾਗ ਵਿੱਚ ਆਇਆ, ਜੇਕਰ ਕਿਤੇ ਇਸ ਤਰ੍ਹਾਂ ਵਾਪਰੇ ਕਿ ਕੋਈ ਵੀ ਬੰਦਾ ਕੰਪਲੇਂਟ ਕਰ ਸਕਦਾ, ਕਿ ਮੈਂ ਵੀ ਕੰਪਲੇਂਟ ਕਰਾਂ ਉਸ ਦੇ ਬਾਬਤ? ਇਹ ਨਹੀਂ ਕਿ ਉਹ ਜਿਹੜਾ ਜਿਸ ਦੇ ਨਾਲ ਇਹ ਬੀਤਿਆ ਉਹੀ ਕੰਪਲੇਂਟ ਕਰ ਰਿਹਾ, ਕੋਈ ਵੀ ਕਰ ਸਕਦਾ ਤੇ ਸੁਣੀ ਜਾਊਗੀ। ਪਹਿਲਾ ਜੀ ਬਿਲਕੁਲ, ਕਿਉਂਕਿ ਮੈਂ ਇਹਦਾ ਜਵਾਬ ਦੇ ਦਿਆਂ ਪਹਿਲਾਂ ਕਿ ਅਗਰ ਅਖਬਾਰ ਦੇ ਵਿੱਚ ਖਬਰ ਆਉਂਦੀ ਹੈ ਜੀ, ਮੀਡੀਆ ਦੇ ਵਿੱਚ ਕਿਤੇ ਨਸ਼ਰ ਹੁੰਦੀ ਹੈ ਖਬਰ, ਔਰ ਟੀਵੀ ਤੇ ਹੋਵੇ ਕਿਤੇ ਵੀ, ਅਸੀਂ ਉਹਦਾ ਸੋ ਮੋਟੋ ਵੀ ਲੈ ਸਕਦੇ ਹਾਂ ਜੀ। ਔਰ ਸੋ ਮੋਟੋ ਲੈ ਕੇ ਵੀ ਸੰਬੰਧਿਤ ਅਧਿਕਾਰੀਆਂ ਨੂੰ ਉਹਨੂੰ ਉਹਦੇ ਤੇ, ਜੇ ਉਹਦੇ ਤੇ ਲੋੜ ਪੈਂਦੀ ਹੈ ਤੇ ਉਹਨੂੰ, ਅਗਰ ਤਾਂ ਉਹ ਸੌਰੀ ਫੀਲ ਕਰਦੇ ਆ ਜਾਂ ਮੰਨ ਲਓ, ਮੇਰਾ ਕਹਿਣ ਦਾ ਮਤਲਬ, ਅਗਰ ਅਧਿਕਾਰੀ ਲੈਵਲ ਦੇ ਉੱਤੇ ਗੱਲ ਨੂੰ ਖਤਮ ਹੁੰਦੀ ਠੀਕ ਹੈ, ਨਹੀਂ ਤਾਂ ਅਸੀਂ ਉਹਦੇ ਤੇ ਜਿਹੜੀ ਆ FIR ਦਰਜ ਕਰਾਉਣ ਦਾ ਵੀ ਕੰਮ ਜਿਹੜਾ ਉਹ ਅਸੀਂ ਕਰਦੇ ਹਾਂ, ਤਾਂ ਕਿ ਉਹ ਹੋਰ ਕੋਈ ਐਸੀ ਕਾਨੂੰਨੀ ਹਰਕਤ ਨਾ ਕਰ ਸਕੇ। ਇਹ ਖਾਸ ਖਿਆਲ ਰੱਖਦੇ ਹਾਂ ਜੀ।
ਜਦੋਂ ਗੱਲ ਆ ਜਾਂਦੀ FIR ਦੀ ਔਰ ਉਹਦਾ ਜਿਹੜਾ ਸੋਰਸ ਆ, ਜੇਕਰ ਸੋਰਸ ਉਹ ਬੰਦਾ ਨਹੀਂ ਹੈ ਜਿਸ ਦੇ ਉੱਤੇ ਸਾਰਾ ਕੁਝ ਵਾਪਰਿਆ, ਤੇ ਹਮੇਸ਼ਾ ਇਹ ਡਰ ਰਹਿੰਦਾ ਲੈ ਐਵੇਂ ਕਚਹਿਰੀਆਂ ਦੇ ਚੱਕਰ ਲਾਉਂਦੇ ਰਹਾਂਗੇ, ਐਵੇਂ ਥਾਣੇ ਜਾਣਾ ਪਊਗਾ, ਤੇ ਉਹ ਗੁਰੇਜ਼ ਕਰ ਜਾਂਦੇ ਆ ਦੱਸਣ ਤੋਂ। ਇਹਦੇ ਬਾਬਤ ਵੀ ਕੋਈ ਹੈ ਕਿ ਉਹਨੂੰ ਆਉਣਾ ਹੀ ਪਵੇਗਾ ਜਾਂ ਕੰਪਲੇਂਟ ਕਰਨ ਇਹ ਤੋਂ ਤਾਂ ਮੈਂ ਬਾਅਦ? ਪਹਿਲਾਂ ਦੱਸਦਾ ਕਿ ਸਾਨੂੰ ਭਾਵੇਂ ਇੱਕ ਸਿੱਧੀ ਸਿੰਪਲ ਚਿੱਠੀ ਪਾ ਦੇਵੇ। ਈਵਨ ਦੈਨ ਜਦੋਂ ਤੁਹਾਡਾ ਸਵਾਲ ਸੀ ਕਿ ਵੀ ਮੈਂ ਵੀ ਕੰਪਲੇਂਟ ਕਰ ਸਕਦੀ ਕਿਸੇ ਦੀ, ਤੇ ਜਦੋਂ ਅਸੀਂ ਇਹ ਕਹਿ ਦਿੱਤਾ ਕਿ ਅਖਬਾਰ ਦੀ, ਜਾਣੀ ਜਿਹਦੇ 'ਚ ਕੋਈ ਵਿਅਕਤੀ ਵੀ ਨਹੀਂ ਹੈ, ਅਸੀਂ ਤਾਂ ਵੀ ਉਹਨੂੰ ਸੁਣਦੇ। ਮੇਰਾ ਕਹਿਣ ਦਾ ਮਤਲਬ ਸੀ ਕਿ ਤੁਸੀਂ ਵੀ ਅਗਰ ਕੰਪਲੇਂਟ ਕਰੋਗੇ, ਤੁਹਾਡੀ ਵੀ ਜਿੱਥੇ ਅਸੀਂ ਸੁਣਾਂਗੇ, ਅਗਰ ਪਰ ਉਹ ਰਿਲੇਟਡ ਅਨੁਸੂਚਿਤ ਜਾਤੀ ਦੇ ਉੱਤੇ ਅਤਿਆਚਾਰ ਦੇ ਨਾਲ ਨਿਵਾਰਨ ਹੁੰਦੀ ਹੈ, ਹੋਣੀ ਚਾਹੀਦੀ ਹੈ। ਕਿਉਂਕਿ ਅੱਜ ਕੱਲ੍ਹ ਜਦੋਂ ਦਾ ਮੈਂ ਬਣਿਆ, ਮੈਂ ਬਹੁਤ ਸਾਰੇ ਤੇ ਇਹੀ ਆ ਕਿ ਉਹ ਫੈਮਿਲੀ ਡਿਸਪਿਊਟ ਵੀ ਲੈ ਕੇ ਆਉਣ ਲੱਗ ਪਏ ਜੀ। ਤੇ ਉਹ ਜਦੋਂ ਮੈਂ ਕਿਹਾ ਕਿ ਵੀ ਡੋਮੈਸਟਿਕ ਵਾਇਲੇਸ਼ਨ ਦੇ ਜਿਹੜੇ ਉਹ ਤਾਂ ਥਾਣੇ ਕਚਹਿਰੀਆਂ, ਉਹ ਇਹ ਕਹਿੰਦੇ ਕਿ ਅਸੀਂ ਵੀ ਐਸੀ ਹਾਂ, ਪਰ ਇਹ ਕੰਮ ਐਸੀਆਂ ਦਾ ਨਹੀਂ, ਕਿਉਂਕਿ ਲੜਾਈ ਤਾਂ ਦੋਨੇ ਐਸੀ ਹੈ ਤੇ ਪਤੀ ਪਤਨੀ ਦੋਨੇ ਐਸੀ ਹੁੰਦੇ ਆ। ਤੇ ਮੋਸਟਲੀ ਜਿਹੜੇ ਉਹ ਵੀ ਆਣ ਕੇ ਕਹਿੰਦੇ ਸੋ ਸਾਡਾ ਕੰਮ ਐਸਾ ਨਹੀਂ ਹੈ, ਸਾਡਾ ਕੰਮ ਅਤਿਆਚਾਰ ਉਤਪੀੜਨ ਦਾ ਜਿਹੜੀ ਫੈਮਿਲੀ ਜਿਹੜਾ ਵਾਇਲੇਸ਼ਨ ਦਾ ਡਿਸਪਿਊਟ ਦਾ ਆ, ਉਹ ਜਾਂ ਤਾਂ ਵੂਮਨ ਕਮਿਸ਼ਨ ਦੇਖਦਾ ਜਾਂ ਫਿਰ ਪੁਲਿਸ ਦਾ ਸਿੱਧਾ ਮਿਨਿਸਟਰੀ ਆਫ ਹੋਮ ਦੇ ਜਿਹੜੇ ਉਹ ਅਦਾਰੇ ਦੇਖਦੇ ਨੇ। ਸੋ ਇਹ ਕੋਈ ਵੀ ਵਿਅਕਤੀ ਕਿਸੇ ਦੀ ਵੀ ਸਹਾਇਤਾ ਦੇ ਲਈ ਵੀ ਅੱਗੇ ਆ ਸਕਦਾ ਹੈ ਜੀ। ਗੱਲ ਕਰੀਏ ਬੀਤੇ ਵਰੇ ਦੇ ਵਿੱਚ ਕੋਵਿਡ ਦੀ ਬੜੀ ਮਾਰ ਸੀਗੀ, ਇਸ ਵੇਲੇ ਵੀ ਹੈ, ਪਰ ਜਦੋਂ ਅਸੀਂ ਅਨੁਸੂਚਿਤ ਜਾਤੀਆਂ ਦੀ ਗੱਲ ਕਰਦੇ ਹਾਂ, ਫਿਰ ਅਸੀਂ ਇਹ ਕਹਿ ਲਈਏ ਕਿ ਜਿਹੜੇ ਬਹੁਤ ਹੀ ਗਰੀਬ ਨੇ, ਲੇਬਰ 'ਚ ਮਜ਼ਦੂਰੀ ਕਰ ਰਹੇ ਸੀਗੇ, ਮਜ਼ਦੂਰੀ ਖਤਮ ਹੋ ਗਈ, ਘਰ ਬਹਿਣਾ ਪਿਆ, ਕੀ ਉਸ ਦੌਰ ਦੀਆਂ ਵੀ ਕੋਈ ਕੰਪਲੇਂਟਸ ਆਈਆਂ ਨੇ? ਦੇਖੋ, ਕੰਪਲੇਂਟਸ ਤਾਂ ਹਰ ਦੌਰ 'ਚ ਆਉਣੀਆਂ, ਹਰ ਰੋਜ਼ ਆਉਣੀਆਂ। ਜਿੱਥੇ ਤੱਕ ਤੇ ਇਹ ਜਿਹੜੀ ਤੁਹਾਡੀ ਕੋਵਿਡ ਦੀ ਆ, ਕਿਉਂਕਿ ਉਹ ਕੋਵਿਡ ਦਾ ਕਮਿਸ਼ਨ ਦੇ ਨਾਲ ਨਹੀਂ ਸਿੱਧਾ ਲਿੰਕ ਨਹੀਂ ਬਣਦਾ, ਕਿਉਂਕਿ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਸਾਡਾ ਕੰਮ ਸਿਰਫ ਜਦੋਂ ਅਤਿਆਚਾਰ, ਉਤਪੀੜਨ, ਸ਼ੋਸ਼ਣ ਹੁੰਦਾ ਹੈ, ਉਹ ਚਾਹੇ ਸਰਕਾਰੀ ਤੌਰ ਤੇ ਹੋਵੇ ਜਾਂ ਗੈਰ ਸਰਕਾਰੀ ਤੌਰ ਤੇ ਹੋਵੇ, ਉਹਦੇ ਉੱਤੇ ਅਸੀਂ ਜਿਹੜਾ ਆ ਆਪਣਾ ਉਹਨੂੰ ਨਿਆਂ ਦਿਵਾਉਣ ਦਾ ਕੰਮ ਆ ਸਾਡਾ ਕੰਮ ਉਹਨੂੰ ਨਿਆਂ ਦਿਵਾਉਣ ਦਾ। ਹਾਂ, ਅਗਰ ਕੋਵਿਡ ਦੇ ਦੌਰਾਨ ਸਰਕਾਰ ਨੇ ਕੋਈ ਪਾਲਿਸੀਆਂ ਬਣਾਈਆਂ ਸੀ, ਉਸ ਪਾਲਿਸੀਆਂ ਨੂੰ ਉਹਨਾਂ ਦੇ ਮਾਲਕਾਂ ਨੇ ਪੂਰੀ ਤਰ੍ਹਾਂ ਫੋਲੋ ਨਹੀਂ ਕੀਤਾ। ਜਿਸ ਤਰ੍ਹਾਂ ਬਹੁਤ ਸਾਰੀ ਸਰਕਾਰ ਨੇ ਕਿਹਾ ਕਿ ਇਹਨਾਂ ਨੂੰ ਤਨਖਾਹ ਦਿਓ, 30% ਦੇ ਦਿਓ, ਕੁਛ ਦੇ ਦਿਓ, ਉਹਨਾਂ ਨੂੰ ਕੁਛ ਹਦਾਇਤਾਂ ਦਿੱਤੀਆਂ। ਅਗਰ ਉਹ ਨਹੀਂ ਹੁੰਦੀਆਂ ਤੇ ਉਹਦੇ ਤੇ ਵੀ ਅਸੀਂ ਐਕਸ਼ਨ ਲੈਂਦੇ ਹਾਂ, ਔਰ ਕਿਸੇ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ, ਉਹਦੇ ਨਾਲ ਵੀ ਅਸੀਂ ਜਿਹੜਾ ਉਹਨੂੰ ਐਕਸ਼ਨ ਜ਼ਰੂਰ ਲਾਂਗੇ। ਪਰ ਕਿਉਂਕਿ ਉਹਦੀ ਨੌਕਰੀ ਦਾ ਕੰਮ ਤਾਂ ਉਹਨਾਂ ਨੇ ਦੇਖਣਾ ਆ, ਔਰ ਵਪਾਰਿਕ ਜੇ ਉਹਦਾ ਅਦਾਰਾ ਖੜਾ ਏਡਾ ਵੱਡਾ ਕੀਤਾ ਤਾਂ ਉਹਦੇ 'ਚ ਮਜ਼ਦੂਰ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਇਹ ਤੇ ਹੋ ਗਈਆਂ ਰਾਜਨੀਤਿਕ ਗੱਲਾਂ। ਗੱਲ ਕਰੀਏ ਜੇਕਰ ਅਸੀਂ ਨਿੱਜੀ ਤੌਰ ਤੇ, ਤੁਹਾਡੀਆਂ ਆਪਣੀਆਂ ਹੌਬੀਜ਼ ਹੁੰਦੀਆਂ ਨੇ, ਕੋਈ ਰੁਚੀਆਂ ਸੰਗੀਤ ਨਾਲ ਜੁੜੀਆਂ, ਫਿਲਮਾਂ ਨਾਲ ਜੁੜੀਆਂ? ਦੇਖੋ, ਵੈਸੇ ਤਾਂ ਮੈਂ ਆਪਣੀ ਹੌਬੀਜ਼ ਨੂੰ ਕਿਤੇ ਕੋਈ ਅਹਿਮੀਅਤ ਨਹੀਂ ਦਿੱਤੀ, ਨਾ ਮੈਨੂੰ ਖਾਣ ਦਾ ਸ਼ੌਂਕ, ਨਾ ਮੈਨੂੰ ਪਾਉਣ ਦਾ ਸ਼ੌਂਕ, ਨਾ ਰਹਿਣ ਦਾ, ਨਾ ਬਹਿਣ ਦਾ। ਮੈਨੂੰ ਸਰਵਿਸ ਦਾ ਜ਼ਰੂਰ ਮੰਨ ਲਓ ਸੇਵਾ ਭਾਵਨਾ ਕੰਮ ਕਰਦਾ। ਹਾਂ, ਜਿੱਥੇ ਤੱਕ ਤੁਸੀਂ ਕੋਈ ਸੰਗੀਤ ਨਾਲ ਨਿਸੰਦੇਹ ਕਿ ਐਸਾ ਕੋਈ ਵਿਅਕਤੀ ਨਹੀਂ ਹੈਗਾ ਜਿਹਨੂੰ ਸੰਗੀਤ ਨਾ ਚੰਗਾ ਲੱਗਦਾ ਹੋਵੇ। ਹਾਂ, ਪੰਜਾਬ ਦੇ ਸੰਗੀਤਕਾਰਾਂ ਵਜੋਂ ਜਾਂ ਗੀਤਕਾਰਾਂ ਵਜੋਂ ਮੈਂ ਕਹਾਂ ਕਿ ਗੀਤਕਾਰਾਂ ਦੇ ਵਜੋਂ ਮੈਨੂੰ ਤੇ ਬਡਾਲਵੀ ਸਾਹਿਬ ਦੀ ਗੱਲ ਕਰੀਏ ਤੇ ਉਸ ਤੋਂ ਉੱਪਰ ਤਾਂ ਕੋਈ ਨਹੀਂ ਹੈ। ਸ਼ਿਵ ਕੁਮਾਰ ਬਡਾਲਵੀ ਜੀ ਜਿਹੜੇ ਆ ਉਹ ਬਹੁਤ ਵੱਡੀ ਸ਼ਖਸੀਅਤ ਨੇ, ਔਰ ਬਹੁਤ ਸਾਰੇ ਸਿੰਗਰ ਨੇ ਐਸੇ ਅੱਛੇ ਸਿੰਗਰ ਨੇ। ਪਰ ਜੇ ਅੱਜ ਦੀ ਡੇਟ ਦੇ ਵਿੱਚ ਮੇਰੀ ਆਪਣੀ ਪਸੰਦ ਦੇ ਕਹੂੰ ਤਾਂ ਉਹਦੇ 'ਚ ਮੁੱਖ ਰੂਪ ਦੇ ਵਿੱਚ ਗੁਰਦਾਸ ਮਾਨ ਜੀ ਨੇ, ਔਰ ਨਾਲ ਜੇ ਹੰਸਰਾਜ ਹੰਸ ਨੂੰ ਵੀ ਅਸੀਂ ਦੇਖ ਸਕਦੇ ਹਾਂ। ਪਰ ਬਹੁਤ ਸਾਰੀਆਂ ਜਿਹੜੀਆਂ ਐਸਾ ਨਹੀਂ ਹੈ ਕਿ ਇਹਨਾਂ ਤੋਂ ਇਲਾਵਾ ਮੈਂ ਪਸੰਦ ਨਹੀਂ ਕਰਦਾ, ਸਾਰਿਆਂ ਨੂੰ ਸੁਣਦਾ, ਸਾਰਿਆਂ ਦੀ ਜਿਹੜੀ ਆ ਇੱਕ ਅੱਛੀ ਆਵਾਜ਼ ਨੂੰ ਜਿਹੜੀ ਆ ਅੱਗੇ ਵਧਾਉਣ ਦਾ ਜਿਹੜਾ ਸਾਡਾ ਵੀ ਜਿਹੜੇ ਸੁਣਨ ਦਾ ਇੱਕ ਇੱਛਾ, ਜਿਹੜੀ ਸ਼ਕਤੀ ਜਿਹੜੀ ਉਹ ਸਾਡੀ ਵੀ ਰਹਿੰਦੀ ਆ ਜੀ। ਸੰਪਲਾ ਜੀ, ਜਾਂਦੇ ਜਾਂਦੇ ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਮੈਸੇਜ, ਕੀ ਸੰਦੇਸ਼ ਦੇਣਾ ਚਾਹੁੰਦੇ? ਦੇਖੋ, ਮੇਰਾ ਕਮਿਸ਼ਨ ਦਾ ਕੰਮ ਜਿਹੜਾ ਅਨੁਸੂਚਿਤ ਜਾਤੀ ਕਮਿਸ਼ਨ ਦਾ ਕੰਮ ਤਾਂ ਦਲਿਤਾਂ ਦੇ ਉੱਤੇ, ਅਨੁਸੂਚਿਤ ਜਾਤੀ ਦੇ ਉੱਤੇ ਹੋਏ ਅਤਿਆਚਾਰਾਂ ਦਾ ਨਿਵਾਰਨ ਦਾ ਕੰਮ ਹੈ ਪਰ ਮੈਂ ਨਾਲ ਇਹ ਵੀ ਕਹਾਂਗਾ ਕਿ ਮੈਂ ਪੰਜਾਬ ਦੀ ਉਸ ਧਰਤੀ ਤੇ ਰਹਿਣਾ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਆ, ਔਰ ਸਾਂਝੀਵਾਲਤਾ ਦੀ ਕਹਿੰਦੇ ਆ, ਔਰ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ, ਔਰ ਜਾਤ ਪਾਤ ਤੋਂ ਉੱਪਰ ਉੱਠ ਕੇ ਗੁਰੂਆਂ ਦੇ ਸੰਦੇਸ਼ ਦੇਣ ਵਾਲੀ ਇਹ ਧਰਤੀ ਨੂੰ ਅਸੀਂ ਮੰਨਦੇ ਹਾਂ, ਗੁਰੂਆਂ ਦਾ ਆਸ਼ੀਰਵਾਦ ਲੈ ਕੇ ਓਟ ਆਸਰਾ ਲੈ ਕੇ ਚੱਲਦੇ ਹਾਂ। ਤੇ ਜਦੋਂ ਅਸੀਂ ਓਟ ਆਸਰਾ ਲੈ ਕੇ ਚੱਲਦੇ ਹਾਂ
ਤੇ ਐਸੀਆਂ ਘਟਨਾਵਾਂ ਆਉਣੀਆਂ ਨਹੀਂ ਚਾਹੀਦੀਆਂ। ਉਹਨਾਂ ਵਰਗਾਂ ਨੂੰ, ਉਹਨਾਂ ਸਾਰੇ ਵਿਅਕਤੀਆਂ ਨੂੰ ਵੀ ਕਹਾਂਗਾ ਕਿ ਐਸੇ ਗਰੀਬ ਪਰਿਵਾਰ ਦੇ ਨਾਲ ਜਿਨ੍ਹਾਂ ਨਾਲ ਤੁਸੀਂ ਜਾਤਵਾਦ ਦਾ ਵਿਤਕਰਾ ਕਰਦੇ, ਉਹ ਨਹੀਂ ਹੋਣਾ ਚਾਹੀਦਾ। ਪਰ ਨਾਲ ਨਾਲ ਮੈਂ ਉਹਨਾਂ ਪੀੜਿਤ ਪਰਿਵਾਰਾਂ ਨੂੰ ਵੀ ਕਹਾਂਗਾ ਕਿ ਉਹ ਆਪਣੇ ਆਪ ਨੂੰ ਅਸਹਾਏ ਨਾ ਸਮਝਣ, ਉਹ ਵੀ ਆਪਣੇ ਆਪ ਦੇ ਅੰਦਰ ਗੁਰੂ ਗੋਬਿੰਦ ਸਿੰਘ ਦੀ ਤਾਕਤ ਨੂੰ ਮਹਿਸੂਸ ਕਰਦੇ ਹੋਏ ਆਪਣੇ ਹੱਕਾਂ ਦੀ ਲੜਾਈ ਰੱਖਣ। ਉਹ ਡਾਕਟਰ ਅੰਬੇਡਕਰ ਦੀ ਵਾਂਗੂ ਵੀ ਆਪਣੇ ਹੱਕਾਂ ਦੇ ਲਈ ਅੱਗੇ ਆਉਣ, ਔਰ ਜਿੱਥੇ ਕਿਤੇ ਰੁਕਾਵਟ ਹੋਵੇ ਉਹਦੇ ਲਈ ਕਮਿਸ਼ਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਬੈਠਾ ਹੈ। ਪਿਆਰੇ ਦਰਸ਼ਕੋ, ਰੂਬਰੂ ਵਿੱਚ ਗੱਲਬਾਤ ਕਰਦਿਆਂ ਸਾਂਪਲਾ ਜੀ ਨੇ ਜੋ ਸੰਦੇਸ਼ ਦਿੱਤਾ ਹੈ ਉਹ ਸਾਡੇ ਸਭ ਲਈ ਇਹੀ ਹੈ ਕਿ ਮਾਨਸ ਕੀ ਜਾਤ ਸਭ ਏਕ ਪਛਾਨਿਓ, ਤੇ ਸਾਨੂੰ ਹਰੇਕ ਦੇ ਵਿਕਾਸ ਲਈ ਕੰਮ ਕਰਨ ਦੀ ਲੋੜ ਹੈ। ਤੇ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਣ ਲਈ, ਗੱਲਬਾਤ ਕਰਨ ਲਈ ਵਿਜੇ ਸਾਂਪਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।